ਅਸਲਾਮੁਅਲੈਕੁਮ ਵਰਹਿਮਤੁਲਾਹਿ ਵਬਰਕਾਤੁਹੂ। ਤੇ ਖਾਲਸੇ ਵੀਰਾਂ ਭੈਣਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ। ਤੁਹਾਡੀ ਭੈਣ ਜਬੀਨ ਸੰਧੂ ਦੋ ਨਵੀਆਂ ਰੈਸਪੀਆਂ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ। ਅੱਜ ਕੱਲ੍ਹ ਸਰਦੀਆਂ ਆਲੂ ਵਾਲੇ ਪਰਾਠੇ ਬੜੇ ਹੀ ਅੱਛੇ ਲੱਗਦੇ ਆ ਸੁਬਹ ਨਾਸ਼ਤੇ 'ਚ। ਅੱਜ ਮੈਂ ਵੀ ਖਾਧਾ ਸੁਬਹ ਨਾਸ਼ਤੇ 'ਚ ਆਲੂ ਵਾਲਾ ਪਰਾਠਾ, ਨਾਲ ਦਹੀਂ, ਨਾਲ ਲੱਸੀ। ਤੇ ਹੁਣ ਠੰਡੀ ਬੜੀ ਸਰਦੀ ਬੜੀ ਹੈ, ਲੱਸੀ ਤੇ ਨਹੀਂ ਪੀਤੀ ਜਾਂਦੀ। ਤੇ ਅਚਾਰ ਨਾਲ ਬੜਾ ਹੀ ਮਜ਼ਾ ਆਇਆ। ਚਾਏ ਨਾਲ ਗਰਮ ਗਰਮ ਉਬਲਿਆ ਹੋਇਆ ਅੰਡਾ। ਇਹ ਨਾਸ਼ਤਾ ਸੀ ਅੱਜ ਦਾ ਜੀ। ਅਤੇ ਸਭ ਨੇ ਬੜੇ ਸ਼ੌਕ ਨਾਲ ਕੀਤਾ। ਤੁਸੀਂ ਵੀ ਆਪਣੇ ਘਰਾਂ 'ਚ ਬਣਾਉਣਾ ਅਤੇ ਉਹ ਕਰਨਾ ਅਤੇ ਮੈਨੂੰ ਫੀਡਬੈਕ ਦੇਣਾ ਕਿ ਤੁਹਾਡੇ ਪਰਾਠੇ ਕਿਸ ਤਰ੍ਹਾਂ ਦੇ ਬਣੇ। ਸੌਰੀ ਜੀ, ਠੰਡ ਬੜੀ ਆ ਅਤੇ ਮੈਂ ਅਜ਼ਮਾ ਦੀ ਪੇਸ਼ੈਂਟ ਆ। ਬੜਾ ਪੁਰਾਣਾ ਅਜ਼ਮਾ, ਮੈਨੂੰ ਸਾਂਸ ਦਾ ਮਸਲਾ ਅਤੇ ਖਾਂਸੀ ਬੜੀ ਆ ਰਹੀ ਆ। ਅਤੇ ਦੁਆ ਕਰਨਾ ਮੇਰੀ ਸਿਹਤ ਵਾਸਤੇ ਵੀ। ਅਤੇ ਨਾਲ ਅੱਜ ਨਾ ਇੱਕ ਨਵੀਂ ਰੈਸਪੀ ਦੇਖੀ ਤਾਂ ਯੂਟਿਊਬ 'ਤੇ ਹੀ ਸੀ। ਅੱਜ ਅਸੀਂ ਕਿਹਾ ਚਲੋ ਅਸੀਂ ਵੀ ਟਰਾਈ ਕਰਦੇ ਹਾਂ। ਅਸੀਂ ਵੀ ਫਿਰ ਉਹ ਟਰਾਈ ਕੀਤੀ ਰਾਈਸ ਫਿਰਨੀ ਦੀ। ਅੱਛੀ ਬਣੀ, ਬੜਾ ਅੱਛਾ ਡੈਜ਼ਰਟ ਸੀ। ਅਤੇ ਤੁਸੀਂ ਵੀ ਬਣਾਉਣਾ ਆਪਣੇ ਘਰ 'ਚ ਅਤੇ ਇਹਨੂੰ ਟਰਾਈ ਕਰਨਾ ਔਰ ਮੈਨੂੰ ਫੀਡਬੈਕ ਦੇਣਾ ਕਿ ਤੁਹਾਡਾ ਕਿਸ ਤਰ੍ਹਾਂ ਦਾ ਬਣਿਆ। ਅੱਛਾ ਜੀ, ਇਨਸਾਨ ਦੀ ਜ਼ਿੰਦਗੀ 'ਚ ਨਾ ਕੁਛ ਵਾਕਿਆਤ ਐਸੇ ਹੁੰਦੇ ਆ ਕਿ ਉਹ ਸਾਰੀ ਜ਼ਿੰਦਗੀ ਲਈ ਨਾ ਉਹਦੇ ਜ਼ਿਹਨ 'ਤੇ ਨਕਸ਼ ਹੋ ਜਾਂਦੇ ਆ। ਉਹ ਕਦੀ ਵੀ ਉਹ ਭੁਲਾਉਣਾ ਵੀ ਚਾਹਵੇ ਨਾ ਉਹਨਾਂ ਨੂੰ ਤਾਂ ਭੁਲਾ ਨਹੀਂ ਸਕਦਾ। ਮੈਂ ਛੋਟੀ ਸੀ, ਮੇਰਾ ਖਿਆਲ ਆ ਕੋਈ ਹੋਊਂਗੀ 7 ਸਾਲ ਦੀ, 7 ਸਾਲ ਦੀ ਹੋਊਂਗੀ। 1974 ਦੀ ਗੱਲ ਆ। ਸਾਡੇ ਸ਼ਹਿਰ ਲਿਆਕਤਪੁਰ 'ਚ ਨਾ ਬੜਾ ਜ਼ਬਰਦਸਤ ਹਾਦਸਾ ਹੋਇਆ ਸੀ ਤੇਜ਼ ਰੋ ਟ੍ਰੇਨ ਦਾ। 2 ਗੱਡੀਆਂ, ਉਹਨਾਂ ਦਾ ਇੱਥੇ ਸਟਾਪ ਨਹੀਂ ਸੀ ਸਾਡੇ ਸਟੇਸ਼ਨ 'ਤੇ। ਅਤੇ ਤੁਹਾਡੀ ਭੈਣ ਬੜੀ ਠੇਠ ਪੰਜਾਬੀ ਬੋਲਦੀ ਆ, ਜਿਹੜੀ ਤੁਹਾਨੂੰ ਸਮਝ ਆ ਜਾਂਦੀ ਹੋਏਗੀ। ਮੈਨੂੰ ਲੱਗਦਾ ਮੇਰੇ ਪੰਜਾਬੀ ਭੈਣ ਭਰਾਵਾਂ ਤੋਂ ਬੜੀ ਸੋਹਣੀ ਸਮਝ ਆਉਂਦੀ ਹੋਏਗੀ। ਅਤੇ ਜਿਹੜੇ ਕੋਈ ਵਲਾਇਤੀ ਆ ਉਹਨਾਂ ਨੂੰ ਜ਼ਰਾ ਮੁਸ਼ਕਿਲ ਹੁੰਦੀ ਹੋਏਗੀ ਮੇਰੀ ਗੱਲਬਾਤ ਸਮਝਣ 'ਚ। ਅਤੇ ਜਨਾਬ ਉਹ ਬੜਾ ਹੀ ਦਰਦਨਾਕ ਵਾਕਿਆ ਉਹ ਨਾ 2 ਟ੍ਰੇਨਾਂ ਤੇਜ਼ ਰੋ ਸੀ ਅਤੇ ਖੜੀ ਗੱਡੀ ਸੀ ਮਾਲ ਗੱਡੀ। ਤੇਜ਼ ਰੋ ਬੜੀ ਸਪੀਡ ਨਾਲ ਆ ਰਹੀ ਸੀ ਪਿੱਛੋਂ ਅਤੇ ਉਹਨੇ ਆ ਕੇ ਨਾ ਉਹਨੂੰ ਹਿੱਟ ਕੀਤਾ। ਅਤੇ ਸੁਬਾਹ ਦਾ ਟਾਈਮ ਸੀ 4-5 ਵਜੇ ਦਾ। ਅਤੇ ਐਸਾ ਧਮਾਕਾ ਹੋਇਆ। ਸਾਡਾ ਸ਼ਹਿਰ 'ਚ ਘਰ ਹੁੰਦਾ ਸੀ, ਉੱਪਰ ਅਪਸਟੇਅਰ ਅਸੀਂ ਰਹਿੰਦੇ ਹੁੰਦੇ ਸੀ। ਨੀਚੇ ਮੇਰੇ ਅੱਬਾ ਜੀ ਦੀਆਂ ਦੁਕਾਨਾਂ ਸੀ। ਅੱਲਾ ਉਹਨਾਂ ਨੂੰ ਗਰੀਕੇ ਰਹਿਮਤ ਕਰੇ ਔਰ ਉਹਨਾਂ ਦੀ ਮਗਫਰਤ ਫਰਮਾਏ। ਅਤੇ ਮੇਰੀ ਅੰਮੀ, ਅੱਲਾ ਉਹਨਾਂ ਨੂੰ ਜੰਨਤੁਲ ਫਿਰਦੌਸ ਜਗ੍ਹਾ ਦੇਵੇ। ਅਤੇ ਇੰਨਾ ਜ਼ਬਰਦਸਤ ਧਮਾਕਾ ਸੀ ਕਿ ਦਰੋ ਦੀਵਾਰ ਹਿੱਲ ਗਏ। ਐਵੇਂ ਲੱਗਦਾ ਸੀ ਜਿਵੇਂ ਜ਼ਲਜ਼ਲਾ ਆ ਗਿਆ ਹੁੰਦਾ। ਸਾਡੇ ਸ਼ਹਿਰ 'ਚ ਇੱਕ ਕਸਾਈ ਹੁੰਦਾ ਸੀ, ਬੂਬਾ ਕਸਾਈ ਉਹਦਾ ਨਾਂ ਸੀ। ਅਤੇ ਉਹ ਸੜਕ 'ਤੇ ਨਾ, ਬਾਜ਼ਾਰ ਦੀ ਸੜਕ 'ਤੇ ਨਿਕਲ ਕੇ ਉੱਚੀ ਕਹਿਣ ਲੱਗ ਪਿਆ, ਲੋਕੋ ਕਿਆਮਤ ਆ ਗਈ, ਲੋਕੋ ਕਿਆਮਤ ਆ ਗਈ, ਲੋਕੋ ਕਿਆਮਤ ਆ ਗਈ। ਅਸੀਂ ਛੋਟੇ ਸੀ, ਡਰ ਕੇ ਆਪਣੀ ਮਾਂ ਨਾਲ ਚਿੰਬੜ ਗਏ। ਬਾਅਦ 'ਚ ਥੋੜ੍ਹੀ ਦੇਰ ਬਾਅਦ ਜਦੋਂ ਪਤਾ ਲੱਗਾ ਵੀ ਤੇਜ਼ ਰੋ ਦਾ ਐਕਸੀਡੈਂਟ ਹੋਇਆ। ਮੈਂ ਛੋਟੀ ਸੀ ਬਿਲਕੁਲ। ਅਤੇ ਮੈਂ ਆਪਣੇ ਅੱਬਾ ਜੀ ਨਾਲ ਨਾ, ਲਿਆਕਤਪੁਰ ਦੇ ਜਿਹੜੇ ਸ਼ਹਿਰੀ ਆ ਨਾ, ਬੜੇ ਹੀ ਹਮਦਰਦ ਦਿਲ ਆ। ਮੈਂ ਕਹਿੰਦੀ ਹਾਂ ਕਿ ਹਮਦਰਦ ਦਿਲ ਵੀ ਆ ਬੜੇ। ਅਤੇ ਇੱਥੇ ਲੋਕ ਹਰ ਜਗ੍ਹਾ ਹੀ ਬੇਹਿੱਸ ਵੀ ਬੜੇ ਹੁੰਦੇ ਆ। ਮੈਂ ਜਦੋਂ ਸੁਬਾਹ ਅਸੀਂ ਗਏ, ਦਿਨ ਚੜ੍ਹਿਆ ਥੋੜ੍ਹਾ ਜਿੰਨਾ, ਅਜ਼ਾਨ ਦਾ ਟਾਈਮ ਸੀ ਅਤੇ ਦਿਨ ਚੜ੍ਹਿਆ ਥੋੜ੍ਹਾ ਜਿੰਨਾ, ਅਤੇ ਅਸੀਂ ਗਏ ਆਪਣੇ ਐਗਜ਼ੈਕਟ ਡੇਟ ਤਾਂ ਨਹੀਂ ਮੈਨੂੰ ਯਾਦ। ਮੈਂ ਆਪਣੇ ਅੱਬਾ ਜੀ ਨਾਲ ਸਟੇਸ਼ਨ 'ਤੇ ਗਈ ਦੇਖਣ ਵਾਸਤੇ ਉਹ ਹਾਦਸਾ। ਅਤੇ ਯਕੀਨ ਕਰੋ ਕੋਈ ਇੰਨੇ ਬੇਹਿੱਸ ਲੋਕ ਸੀਗੇ ਕਿ ਅੰਧੇਰੇ ਦਾ ਫਾਇਦਾ ਉਠਾਉਂਦੇ ਹੋਏ ਔਰਤਾਂ ਦੀਆਂ ਚੂੜੀਆਂ, ਗੋਲਡ ਦੀਆਂ, ਪੈਸੇ, ਕੋਈ ਜੋ ਚੀਜ਼ ਉਹਨਾਂ ਦੇ ਹੱਥ ਆਈ ਉਹ ਲੈ ਗਏ ਹੈ। ਅਤੇ ਅੱਲਾ ਮਾਫ ਕਰੇ, ਔਰਤਾਂ ਦੀਆਂ ਚੂੜੀਆਂ ਜਿਨ੍ਹਾਂ ਦੀਆਂ ਲੱਥੀਆਂ ਨਹੀਂ, ਉਹਨਾਂ ਦੇ ਹੱਥ ਹੀ ਕੱਟ ਦਿੱਤੇ। ਓਏ ਹੋਏ ਹੋਏ, ਬੜਾ ਦੇਖ ਕੇ ਹਾਲੇ ਤੱਕ ਵੀ ਰੋਣਾ ਆਉਂਦਾ। ਮੇਰਾ ਬਚਪਨ ਦਾ ਵਾਕਿਆ ਮੇਰੇ ਦਿਮਾਗ 'ਚ ਹਾਲੇ ਤੱਕ ਵੀ ਨਕਸ਼ ਹੋਇਆ। ਲਿਆਕਤਪੁਰ ਦੇ ਸ਼ਹਿਰੀਆਂ ਨੇ ਫਿਰ ਜਦੋਂ ਦਿਨ ਚੜ੍ਹਿਆ ਐਸੀ ਮਿਸਾਲ ਕਾਇਮ ਕੀਤੀ, ਡੈਡ ਬੋਡੀਜ਼ ਚੁੱਕੀਆਂ ਅਤੇ ਜ਼ਖਮੀਆਂ ਨੂੰ ਹਸਪਤਾਲਾਂ 'ਚ, ਅਤੇ ਕੀ ਕੁਛ। ਹਾਲੇ ਤੱਕ ਵੀ ਸਾਡੇ ਘਰ ਦੇ ਨਾਲ ਇੱਕ ਕਬਰਸਤਾਨ ਆ, ਉੱਥੇ ਨਾ ਉਹ ਅਮਾਨਤਨ ਕੁਛ ਜਗ੍ਹਾ ਬਾਊਂਡਰੀ ਵਾਲ ਬਣਾ ਕੇ ਅਮਾਨਤਨ ਕੁਛ
ਜਿਹੜੀਆਂ ਮਈਤਾਂ ਸੀ ਉੱਥੇ ਦਫਨ ਕੀਤੀਆਂ ਹੋਈਆਂ, ਔਰ ਹਾਲੇ ਤੱਕ ਵੀ ਉੱਥੇ ਦਫਨ ਆ ਉਹਨਾਂ ਦਾ ਕੋਈ ਵਾਲੀ ਵਾਰਸ ਨਹੀਂ, ਕੋਈ ਪਤਾ ਨਹੀਂ। ਅੱਲਾਹ ਪਾਕ ਸਭ ਨੂੰ ਇਸ ਨਾਗਹਾਨੀ ਜਿਹੜੀ ਮੌਤ ਆ ਉਹਦੇ ਤੋਂ ਮੇਰੇ ਪਾਕ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਵੀ ਪਨਾਹ ਮੰਗੀ। ਜਦੋਂ ਇਨਸਾਨ ਬਿਮਾਰੀ ਦੀ ਹਾਲਤ 'ਚ ਮਰਦਾ ਨਾ, ਤੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦਾ ਫਰਮਾਨ ਉਹ ਸ਼ਹੀਦ ਆ। ਹਾਂ, ਸਫ਼ਰ ਦੀ ਹਾਲਤ 'ਚ ਜਿਹੜਾ ਇੱਦਾਂ ਫੌਤ ਹੁੰਦਾ ਐਕਸੀਡੈਂਟ ਹੋ ਕੇ, ਅੱਗ ਲੱਗ ਕੇ, ਉਹ ਵੀ ਸ਼ਹੀਦ ਆ, ਉਹ ਵੀ ਸ਼ਹਾਦਤ ਦੇ ਰੁਤਬੇ 'ਚ ਹੀ ਆਉਂਦੀ ਆ। ਮਗਰ ਯਕੀਨ ਕਰੋ ਕਿ ਉਹ ਹਾਦਸਾ ਕਦੀ ਨਹੀਂ ਭੁੱਲਦਾ। ਮੇਰਾ ਖਿਆਲ ਆ ਕਿ ਰੇਲਵੇ ਦੀ ਤਾਰੀਖ ਦਾ ਉਹ ਸਭ ਤੋਂ ਵੱਡਾ ਸਾਨਿਆ ਸੀ ਔਰ ਸਭ ਤੋਂ ਵੱਡਾ ਐਕਸੀਡੈਂਟ ਸੀ, ਮੇਰਾ ਜ਼ਾਤੀ ਖਿਆਲ ਹੈ ਜੀ, ਬਾਕੀ ਪਤਾ ਨਹੀਂ, ਅੱਲਾ ਬਿਹਤਰ ਜਾਣਦਾ। ਬਹਰਹਾਲ ਉਹ ਜਿਹੜਾ ਨਾ ਹੈ ਸੀ ਬੜਾ ਦਰਦਨਾਕ ਹਾਦਸਾ ਸੀ। ਸਾਰੀ ਟ੍ਰੇਨ ਪਟਰੀ ਤੋਂ ਥੱਲੇ ਉਤਰ ਗਈ ਸੀ, ਉਲਟ ਗਏ ਸੀ, ਬੱਚੇ, ਬੂढ़े, ਜਵਾਨ, ਅੱਲਾ ਮਾफ़ ਕਰੇ, ਅੱਧੇ ਅੱਧੇ ਕੱਟੇ ਹੋਏ ਜਿਸਮ, ਤੌਬਾ ਇਸਤਗਫਾਰ। ਹੁਣ ਵੀ ਸੁਣ ਕੇ ਤੇ ਅੱਖਾਂ 'ਚ ਆਂਸੂ, ਸੋਚ ਕੇ ਨਾ ਤੇ ਅੱਖਾਂ 'ਚ ਆਂਸੂ ਆ ਜਾਂਦੇ ਜੀ। ਅੱਛਾ ਜੀ, ਅੱਜ ਦੀ ਗੱਲ ਇਹੀ ਸੀ। ਅੱਜ ਤਕਲੀਫ ਦੀ ਗੱਲ ਤੁਹਾਡੇ ਨਾਲ ਸ਼ੇਅਰ ਕੀਤੀ। ਮੈਂ ਕਿਹਾ ਅੱਜ ਤਕਲੀਫ ਦੀ ਗੱਲ ਸਾਂਝੀ ਕਰਾਂ ਆਪਣੇ ਭੈਣਾਂ ਭਰਾਵਾਂ ਵੀਰਾਂ ਨਾਲ, ਅਤੇ ਇਹ ਅੱਜ ਦੀ ਗੱਲ ਇਹ ਸੀ। ਅਤੇ ਦੂਸਰੀ ਗੱਲ ਇਹ ਕਿ ਤੁਸੀਂ ਪਲੀਜ਼ ਹਮੇਸ਼ਾ ਦੀ ਤਰ੍ਹਾਂ ਜਿਹੜੀ ਮੇਰੀ ਰਿਕੁਐਸਟ ਹੁੰਦੀ ਤੁਹਾਡੇ ਅੱਗੇ, ਬੇਨਤੀ ਹੁੰਦੀ ਆ ਆਪਣੇ ਖਾਲਸਿਆਂ ਵੀਰਾਂ ਭੈਣਾਂ ਅੱਗੇ ਵੀ, ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਅਤੇ ਸ਼ੇਅਰ ਕਰ ਦਿਆ ਕਰੋ ਮੇਰੀਆਂ ਵੀਡੀਓਜ਼ ਜ਼ਿਆਦਾ ਤੋਂ ਜ਼ਿਆਦਾ, ਤਾਂ ਕਿ ਇਹ ਲੋਕ ਦੇਖਣ ਔਰ ਮੇਰੀਆਂ ਗੱਲਾਂ ਵੀ ਜਿਹੜੀਆਂ ਸਿੱਧੀਆਂ ਸਾਦੀਆਂ ਹੁੰਦੀਆਂ ਲੋਕ ਸੁਣਨ। ਅਤੇ ਜੀ ਮੇਰੀ ਬੇਟੀ ਦਾ ਫੇਸਬੁੱਕ ਪੇਜ ਆ ਇਰਮਸ ਕਿਚਨ ਦੇ ਨਾਂ ਤੋਂ, ਉਹਨੂੰ ਵਿਜ਼ਿਟ ਕਰੋ, ਲਾਈਕ ਕਰੋ, ਸਬਸਕ੍ਰਾਈਬ ਕਰੋ। ਹੋਮ ਸ਼ੈਫ ਦੇ ਤੌਰ 'ਤੇ ਕੰਮ ਕਰਦੀ ਹਾਂ ਮੁਲਤਾਨ ਸ਼ਹਿਰ 'ਚ, ਤੁਸੀਂ ਆਰਡਰ ਕਰ ਸਕਦੇ ਹੋ। ਅੱਜ ਕੱਲ੍ਹ ਹਰੀਸਾ ਬਹੁਤ ਸਰਦੀਆਂ ਦੀ ਖਾਸ ਡਿਸ਼ ਆ, ਹਰੀਸਾ ਬੜਾ ਟੇਸਟੀ ਬਣਾਉਂਦੀ, ਜੋ ਹਰੀਸਾ ਕਰੋ ਤੁਸੀਂ। ਅਤੇ ਇਹਦੇ ਨਾਲ ਹੀ ਆਪਣੀ ਭੈਣ ਜਬੀਨ ਸੰਧੂ ਨੂੰ ਦਿਓ ਇਜਾਜ਼ਤ। ਆਪਣੇ ਆਪਣੇ ਘਰਾਂ 'ਚ ਹੱਸਦੇ ਵਸਦੇ ਰਹੋ। ਇੱਕ ਵਾਰੀ ਦਰੂਦ ਸ਼ਰੀਫ ਪੜ੍ਹ ਲਿਆ ਕਰੋ, ਮੇਰੀ ਵੀਡੀਓ ਸੁਣ ਕੇ ਬਿਸਮਿਲ੍ਲਾ ਪੜ੍ਹ ਲਿਆ ਕਰੋ 19 ਵਾਰੀ, ਅਤੇ ਮੈਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼। ਆਪਣੇ ਆਪਣੇ ਘਰਾਂ 'ਚ ਖੁਸ਼ ਆਬਾਦ ਵਸਦੇ ਰਹੋ, ਹੱਸਦੇ ਰਹੋ। ਇਸੇ ਤਰ੍ਹਾਂ ਹੀ ਤੁਹਾਨੂੰ ਅੱਲਾ ਆਬਾਦ ਰੱਖੇ। ਆਮੀਨ ਸੁੰਮਾ ਆਮੀਨ।